ਪਿਆਰੇ ਦਰਸ਼ਕੋ, ਇਸ ਵੇਲੇ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਆਗੂ, ਪੰਜਾਬ ਕਾਂਗਰਸ ਦੇ ਪ੍ਰਧਾਨ, ਸਾਬਕਾ ਪ੍ਰਧਾਨ ਤੇ ਰਾਜ ਸਭਾ ਦੇ ਸੀਨੀਅਰ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਹਨ, ਜਿਨ੍ਹਾਂ ਨੇ ਸਿਆਸਤ ਦੇ ਵਿੱਚ ਕਈ ਉਤਰਾਅ ਚੜ੍ਹਾਅ ਦੇਖੇ ਨੇ ਤੇ ਉਹ ਲੰਮੇ ਸਮੇਂ ਤੋਂ ਜਿਹੜਾ ਪੰਜਾਬ ਦੇ ਵਿੱਚ ਦਲਿਤ ਵਿਦਿਆਰਥੀਆਂ ਦਾ ਮੁੱਦਾ ਉਠਾਉਂਦੇ ਰਹੇ, ਦਲਿਤਾਂ ਨਾਲ ਹੁੰਦੀਆਂ ਜ਼ਿਆਦਤੀਆਂ ਵੀ ਉਠਾਉਂਦੇ ਰਹੇ ਨੇ। ਤੇ ਉਹਨਾਂ ਨਾਲ ਗੱਲ ਕਰਾਂਗੇ ਕਿ ਪੰਜਾਬ ਦੇ ਵਿੱਚ 2022 ਦੀਆਂ ਵਿਧਾਨ ਸਭਾ ਚੋਣਾਂ ਆਉਣ ਵਾਲੀਆਂ ਨੇ, ਅਗਲੇ ਸਾਲ ਫਰਵਰੀ ਦੇ ਵਿੱਚ ਚੋਣਾਂ ਹੋਣੀਆਂ। ਉਹ ਇਹਨਾਂ ਚੋਣਾਂ ਨੂੰ ਲੈ ਕੇ ਕੀ ਸੋਚਦੇ ਆ? ਦੁੱਲੋ ਸਾਹਿਬ, ਤੁਸੀਂ ਕੀ ਸੋਚਦੇ ਵੀ ਜਿਹੜੀਆਂ ਚੋਣਾਂ ਅਗਲੇ ਸਾਲ ਹੋਣੀਆਂ, ਉਹਨਾਂ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ? ਦੇਖੋ, ਚੋਣਾਂ ਉਹ ਵੀ ਪੋਸੀਬਲ ਹੋ ਸਕਦੇ ਜਦੋਂ ਪੰਜਾਬ ਦੇ ਹਾਲਾਤ ਠੀਕ ਹੋ ਜਾਣ। ਪੰਜਾਬ 'ਚ ਜਿਹੜਾ ਕਿਸਾਨ ਮੂਵਮੈਂਟ ਹੈ, ਹਾਂਜੀ, ਇਹਨੇ ਸਾਰਾ ਪੋਲੀਟੀਕਲ ਜਿਹੜਾ ਸੀਨ ਉਹ ਬਦਲ ਕੇ ਰੱਖ ਦਿੱਤਾ। ਹਾਂਜੀ, ਔਰ ਇੱਥੋਂ ਤੱਕ ਹੀ ਹੈ ਕਿ ਪੋਲੀਟੀਕਲ ਪਾਰਟੀਆਂ ਨੂੰ ਕਹਿਤਾ ਕਿ ਆਪਣੀ ਐਕਟੀਵਿਟੀ ਬੰਦ ਕਰੋ। ਡੈਮੋਕ੍ਰੇਸੀ ਦੇ ਵਿੱਚ ਇਹ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਕਦੇ ਹੋ ਸਕਦੇ ਕਿ ਇਲੈਕਸ਼ਨਾਂ ਵੀ ਕਦੇ ਹੋ ਸਕਦੀਆਂ ਜੇ ਪੰਜਾਬ ਦੇ ਹਾਲਾਤ ਠੀਕ ਹੋਣ, ਲਾਅ ਐਂਡ ਆਰਡਰ ਦੀ ਸਿਚੁਏਸ਼ਨ ਹੈ, ਔਰ ਕਈ ਤਰ੍ਹਾਂ ਦੀਆਂ ਗੱਲਾਂ ਇੱਥੇ ਚੱਲ ਰਹੀਆਂ ਨੇ। ਉਹਦੇ ਕਰਕੇ ਮੈਨੂੰ ਇਹ ਲੱਗਦਾ ਹੈ ਜਿੰਨਾ ਤੱਕ ਪੰਜਾਬ ਦਾ ਮਾਹੌਲ ਨਹੀਂ ਠੀਕ ਹੁੰਦਾ, ਇਲੈਕਸ਼ਨ ਕਮਿਸ਼ਨ ਜਾਂ ਸੈਂਟਰ ਦੀ ਸਰਕਾਰ ਇਹ ਜ਼ਰੂਰ ਦੇਖੇਗੀ, ਕਿਉਂਕਿ ਉਹ ਹਾਲਾਤ ਇਲੈਕਸ਼ਨ ਕਰਾਉਣ ਦਾ ਮਾਹੌਲ ਪੈਦਾ ਹੋ ਜਾਵੇ, ਫਿਰ ਇਲੈਕਸ਼ਨ ਬਾਅਦ ਲੱਗਦੇ। ਲੱਗਦਾ ਕਿਸਾਨਾਂ ਨੇ ਇਹ ਕਿਹਾ ਵੀ ਜਦੋਂ ਇਲੈਕਸ਼ਨਾਂ ਐਲਾਨ ਹੋ ਜਾਣ ਉਹ ਤੋਂ ਤੁਸੀਂ 15-20 ਦਿਨ ਪਹਿਲਾਂ ਆਪਣੀਆਂ ਰੈਲੀਆਂ ਕਰੋ। ਜੇ ਹੁਣ ਰੈਲੀਆਂ ਕਰੋਗੇ ਜਾਂ ਹੁਣ ਪਿੰਡਾਂ ਦੇ ਵਿੱਚ ਇਕੱਠ ਕਰੋਗੇ, ਉਹਦੇ ਨਾਲ ਸਾਡਾ ਕਿਸਾਨ ਅੰਦੋਲਨ ਆ ਉਹ ਕਮਜ਼ੋਰ ਹੁੰਦਾ। ਇਸ ਕਰਕੇ ਅਸੀਂ ਚਾਹੁੰਦੇ ਕਿ ਤੁਸੀਂ ਕਿਸਾਨ ਅੰਦੋਲਨ ਦੀ ਹਮਾਇਤ ਕਰਦੇ ਹੋ, ਉਹਦੀ ਹਮਾਇਤ ਦੇ ਵਿੱਚ ਸਗੋਂ ਤੁਸੀਂ ਸਾਡੇ ਹੱਕ ਦੇ ਵਿੱਚ ਪਾਰਲੀਮੈਂਟ ਦੇ ਸਾਹਮਣੇ ਧਰਨਾ ਦਿਓ। ਦੇਖੋ, ਪਾਰਲੀਮੈਂਟ 'ਚ ਤਾਂ ਸਭ ਤੋਂ ਪਹਿਲਾਂ ਜਦੋਂ ਬਿੱਲ ਪਾਸ ਹੋਣੇ ਪਹਿਲੇ ਸੈਸ਼ਨ ਦੇ ਵਿੱਚ ਮੈਂ ਔਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਅਸੀਂ ਦੋਨਾਂ ਨੇ ਧਰਨਾ ਵੀ ਦਿੱਤਾ, ਹਾਊਸ ਪਾਰਲੀਮੈਂਟ ਦੇ ਬਾਹਰ ਪ੍ਰੋਟੈਸਟ ਵੀ ਕੀਤਾ ਔਰ ਅੰਦਰ ਵੀ ਬਿਨਾਂ ਦੀ ਮੁਖਾਲਫਤ ਕੀਤੀ ਔਰ ਰੇਸ ਕੀਤਾ, 0 ਆਵਰ 'ਚ ਵੀ ਰੇਸ ਕੀਤੇ ਨੇ। ਔਰ ਜਿੱਥੋਂ ਤੱਕ ਪੋਲੀਟੀਕਲ ਪਾਰਟੀਆਂ ਬੀਜੇਪੀ ਨੂੰ ਛੱਡ ਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਕਿਸਾਨਾਂ ਦੇ ਹੱਕ, ਈਵਨ ਪੋਲੀਟੀਕਲ ਪਾਰਟੀ ਨੂੰ ਛੱਡੋ, ਰਿਕਸ਼ਾ ਪੁੱਲਰ, ਮਨਿਆਰੀ ਵਾਲੇ, ਕਰਿਆਨੇ ਵਾਲੇ, ਕੱਪੜੇ ਵਾਲੇ, ਕਿਉਂਕਿ ਕਿਸਾਨੀ ਨਾਲ ਸਾਰੇ ਜੁੜੇ ਹੋਏ ਨੇ। ਇਸ ਲਈ ਪੰਜਾਬ ਦੇ ਵਿੱਚ ਸਾਰੇ ਵਰਗਾਂ ਦੀ ਅਸਰ ਹੈ ਇਸ ਗੱਲ ਦਾ। ਤੇ ਇੱਕ ਸੰਯੁਕਤ ਕਿਸਾਨ ਮੋਰਚੇ ਦਾ ਕਹਿਣਾ ਹੈ ਕਿ ਅਸੀਂ ਬੀਜੇਪੀ ਦੇ ਆਗੂਆਂ ਦਾ ਘਿਰਾਓ ਕਰਨ ਦਾ ਸੱਦਾ ਦਿੱਤਾ ਹੋਇਆ, ਹੋਰ ਕਿਸੇ ਦਾ ਨਹੀਂ। ਦੂਜਿਆਂ ਨੂੰ ਤਾਂ ਉਹ ਕਹਿੰਦੇ ਵੀ ਸਵਾਲ ਪੁੱਛੇ ਜਾਣ ਵੀ ਤੁਸੀਂ 5 ਸਾਲਾਂ ਦੇ ਵਿੱਚ ਕੀ ਕੀਤਾ, ਫਿਊਚਰ ਦੇ ਵਿੱਚ ਕਿਸਾਨਾਂ ਬਾਰੇ, ਹੋਰਾਂ ਬਾਰੇ ਕੀ ਕਰੋਗੇ, ਕੀ ਨੀਤੀਆਂ ਹੋਣਗੀਆਂ। ਇਹ ਤੋਂ ਇਲਾਵਾ ਅਸੀਂ ਘਿਰਾਓ ਕੇਵਲ ਬੀਜੇਪੀ ਦੇ ਕਰਾਂਗੇ। ਇਹਨੂੰ ਤੁਸੀਂ ਕਰਦੇ ਆ ਵੀ ਹੁਣ ਤਾਂ ਕੰਮ ਕਰਾਉਣ ਦਾ ਤਾਂ ਸਮਾਂ ਹੀ ਨਹੀਂ ਰਿਹਾ, ਇਲੈਕਸ਼ਨਾਂ ਤਾਂ ਨੇੜੇ ਆ ਗਈਆਂ। ਕੁਝ ਪੰਜਾਬ ਦੀ ਫਾਈਨੈਂਸ਼ੀਅਲ ਪੋਜੀਸ਼ਨ ਇੰਨੀ ਮਾੜੀ ਹੈ ਜੀ, ਲਾ ਰਹੇ ਆ ਜਿੰਨੇ ਮਰਜ਼ੀ ਲਾਈ ਜਾਣ। ਇਲੈਕਸ਼ਨਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕਰ ਸਕੇ। ਲੱਖ ਕੋਈ ਕਹੀ ਜਾਣ ਪਰ 90% ਹੋ ਗਏ, 80% ਹੋ ਗਏ। ਔਰ ਖਾਸ ਤੌਰ 'ਤੇ ਬੈਕਵਰਡ ਕਲਾਸ, ਸ਼ੈਡਿਊਲ ਕਾਸਟ ਔਰ ਬੇਜ਼ਮੀਨੇ ਔਰ ਜਿਹੜੇ ਇਕਨੋਮਿਕਲ ਵੀਕਰ ਸੈਕਸ਼ਨ ਆ, ਉਹ ਹਰ ਵਰਗ ਦੁਖੀ ਹੈ, ਚਾਹੇ ਬ੍ਰਾਹਮਣ ਹੈ, ਖੱਤਰੀ ਹੈ, ਚਾਹੇ ਬੇਜ਼ਮੀਨਾ ਜੱਟ ਹੈ, ਬੈਕਵਰਡ ਕਲਾਸ ਹੈ, ਸ਼ੈਡਿਊਲ ਕਾਸਟ ਦਾ ਤਾਂ ਸਕਾਲਰਸ਼ਿਪ ਕਾਇਮ ਹੈ, ਤੁਹਾਡੇ ਸਾਹਮਣੇ ਹੈ। ਜੋ ਮੈਂ ਸਮਝਦਾ ਕਿ ਇਹ ਤਿੰਨਾਂ ਚੌਂ ਵਰਗਾਂ ਦਾ, ਹਿੰਦੂਆਂ ਦਾ ਅਤੇ ਬੇਜ਼ਮੀਨੇ ਜੱਟ ਦਾ ਅਤੇ ਬੈਕਵਰਡ ਕਲਾਸ ਮਾਈਨੋਰਟੀ ਦਾ, ਕ੍ਰਿਸਚਨ ਦਾ, ਇਹਨਾਂ ਦਾ ਨੂੰ ਮੈਂ ਸਮਝਦਾ ਜੋ ਇਹਨਾਂ ਨੇ ਵਾਅਦੇ ਕੀਤੇ ਤੇ ਸਾਡੀ ਸਰਕਾਰ ਨੇ ਮੈਨੀਫੈਸਟੋ ਉਹ ਇਹਨੇ ਮੈਨੂੰ ਪੂਰੇ ਨਹੀਂ ਕਰ ਸਕੇ। ਸ਼ਗਨ ਸਕੀਮ ਲਾ ਲਓ, ਸ਼ਗਨ ਸਕੀਮ ਤਾਂ ਹੁਣ ਲਾਗੂ ਕੀਤੀ, ਉਹ ਹੁਣ ਲਾਗੂ ਕੀਤੀ ਹੈ। 4.5 ਦਾ ਬੈਕਲੌਗ ਕੌਣ ਪਊਗਾ? ਪੈਨਸ਼ਨ ਸਕੀਮ ਵੀ, ਪੈਨਸ਼ਨ ਹੈ, ਹੋਰ ਹੈ, ਬੇਰੁਜ਼ਗਾਰੀ ਭੱਤੇ ਦੀ ਗੱਲ ਕਰ ਲਈਏ। ਹੁਣ ਤਾਂ ਇਹ ਹੈ ਕਿ ਇਲੈਕਸ਼ਨਾਂ ਦੇ ਕਰਕੇ ਲੋਕ ਸਿਆਣੇ ਨੇ। ਦੁੱਲੋ ਸਾਹਿਬ, ਇੱਕ ਹੋਰ ਅਹਿਮ ਮੁੱਦਾ ਜਿਹੜਾ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਬਕਾ DGP ਜਿਹੜੇ ਸਮੇਸ਼ ਸੈਣੀ ਆ, ਉਹਨਾਂ ਦੇ ਖਿਲਾਫ ਜਿਹੜੀ ਜਾਂਚ ਆ, ਉਹਨਾਂ ਕਿਹਾ ਵੀ ਇਹਨਾਂ ਨੂੰ ਅਗਲੇ ਸਾਲ ਫਰਵਰੀ ਦੀਆਂ ਚੋਣਾਂ ਦੇ ਵਿੱਚ ਕਿਸੇ ਮਾਮਲੇ 'ਚ ਪੁੱਛਿਆ ਨਹੀਂ ਜਾ ਸਕਦਾ। ਤੇ ਇਹਦੇ ਨਾਲ ਇਹ ਨਹੀਂ ਹੋ ਗਿਆ ਜਿਹੜਾ ਬਰਗਾੜੀ ਆ, ਬਹਿਬਲ ਕਲਾਂ ਤੇ ਉਸ ਦੇ ਨਾਲ ਕੋਟਕਪੂਰਾ ਦੇ ਗੋਲੀ ਕਾਂਡ ਤੇ ਬੇਅਦਬੀ ਕਾਂਡ ਦੀ ਸਾਰੀ ਜਾਂਚ ਠੱਪ ਨਹੀਂ ਹੋ ਰਿਹਾ ਵੀ ਹਾਈ ਕੋਰਟ ਦੇ ਜੱਜ ਦੀ ਜਜਮੈਂਟ ਹੈ।
ਇਹਦੇ ਬਾਰੇ ਮੈਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦਾ ਕਿਉਂਕਿ ਇਹ ਕੋਰਟ ਦਾ ਆਪਣਾ ਫੈਸਲਾ ਹੈ। ਮਾਨਯੋਗ ਜੱਜ ਨੇ ਜੋ ਕੀਤਾ ਹੈ ਉਹਦੇ ਬਾਰੇ ਮੈਂ ਕੋਈ ਟਿੱਪਣੀ ਉਹ ਮੇਰੇ ਲਈ ਵਾਜਬ ਨਹੀਂ ਆ, ਕਿਉਂਕਿ ਮੈਂ ਇਸ ਪ੍ਰੋਫੈਸ਼ਨ 'ਚੋਂ ਹਾਂ। ਪਰ ਇਹਦੇ ਨਾਲ ਜਿਹੜਾ ਤੁਹਾਡਾ ਪਾਰਟੀ ਦਾ ਇੱਕ ਮੁੱਖ ਏਜੰਡਾ ਸੀਗਾ ਵੀ ਅਸੀਂ ਜਿਹੜੇ ਦੋਸ਼ੀ ਆ ਉਹਨਾਂ ਨੂੰ ਸਲਾਖਾਂ ਪਿੱਛੇ ਬੰਦ ਕਰਾਂਗੇ, ਉਹ ਤਾਂ ਠੱਪ ਨਹੀਂ ਹੋ ਜਾਏਗਾ। ਦੇਖੋ ਕਹਿੰਦੇ ਆ ਵੀ ਜੱਜਮੈਂਟ ਆ ਗਈ ਹੈ, ਨਹੀਂ ਉਹਨੂੰ ਸੁਪਰੀਮ ਕੋਰਟ 'ਚ ਵੀ ਤਾਂ ਚੈਲੰਜ ਕੀਤਾ ਜਾ ਉਹ ਹੁਣ ਸਕਦਾ। ਸਰਕਾਰ ਦੇਖੇ ਉਹਦੇ ਬਾਰੇ ਵੀ ਉਹਨਾਂ ਨੇ ਕੀ ਕਰਨਾ। ਤੇ ਦੂਜਾ, ਤੁਸੀਂ ਪੰਜਾਬ ਦੇ ਵਿੱਚ ਇਹ ਮਾਮਲਾ ਪਿਛਲੇ ਲੰਮੇ ਸਮੇਂ ਤੋਂ ਉਠਾਉਂਦੇ ਆ ਰਹੇ ਹੋ ਕਿ ਪੰਜਾਬ ਦੇ ਵਿੱਚ ਜਿਹੜੀ ਅਨੁਸੂਚਿਤ ਜਾਤੀਆਂ ਦੀ ਵਸੋਂ 32-33% ਆ। ਕਦੇ ਇਹਨਾਂ ਦੇ ਕਿਸੇ ਆਗੂ ਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਉਣਾ ਚਾਹੀਦਾ। ਹੁਣ ਤੁਸੀਂ ਉਸ ਮਾਮਲੇ ਤੇ ਕਿਵੇਂ ਸਟੈਂਡ ਕਰਦੇ ਹੋ? ਨਹੀਂ ਦੇਖੋ ਟ੍ਰਿਬਿਊਨ ਦੀ ਪਿਛਲੇ ਤੁਸੀਂ ਵੀ ਟ੍ਰਿਬਿਊਨ 'ਚ ਕੰਮ ਕੀਤਾ ਹੈ। ਹਾਂਜੀ। ਪਿਛਲੇ 3-4 ਸਾਲ ਪਹਿਲਾਂ ਮੈਂ ਪੜ੍ਹਿਆ ਹੈ ਕਿ ਇਹ 35.70 ਕਹੀ ਆ ਉਹਨਾਂ ਨੇ ਜੋ ਅਖਬਾਰ 'ਚ ਦਿੱਤਾ। ਹਾਂਜੀ। 3-4% ਐਸੇ ਲੋਕ, ਇਹ 11 ਦੇ ਸੈਂਸਸ ਦੀ ਗੱਲ ਕਰਦਾ। ਹਾਂਜੀ। ਹੁਣ ਆ ਗਿਆ 21। 3% 4% ਐਸੇ ਲੋਕ ਹੈ ਜਿਹੜੇ ਸਾਡੇ ਵੈਲ ਆਫ ਹੈ ਜਾਂ ਆਫੀਸਰ ਹੈ ਚੰਗੀਆਂ ਪੋਸਟਾਂ 'ਤੇ, ਉਹ ਜਦੋਂ ਐਲੀਮੀਨੇਟਰ ਜਾਂਦੇ ਨੇ ਘਰਾਂ 'ਚ ਦੇਖਣਾ, ਉਹ ਲਿਖਾਉਂਦੇ ਨਹੀਂ। ਅੱਛਾ। ਉਹਦੇ ਕਰਕੇ ਹੁਣ 11 ਆ ਗਿਆ। ਮੈਂ ਕਮ ਸੇ ਕਮ ਸਾਡੀ ਆਬਾਦੀ ਜਿਹੜੀ ਹੈ 40-41% ਦੀ। ਅੱਛਾ। ਬੈਕਵਰਡ ਕਲਾਸ ਦੀ ਲਾ ਲਓ 23-24% ਇਹਨਾਂ ਦੀ ਹੈ, ਹਿੰਦੂਆਂ ਦੀ ਹੈ। ਬਾਕੀ 13-14% ਆਬਾਦੀ ਦੀ, ਪਿਛਲੇ 18% ਦੀ, ਕਿਉਂਕਿ ਕਾਫੀ ਕਿਸਾਨੀ ਖਾਸ ਤੌਰ 'ਤੇ ਜੱਟ ਬਰਾਦਰੀ ਜਿਹੜੀ ਹੈ ਇਹ ਫੋਰਨ ਦੇ ਬਹੁਤ ਚਲੇ ਗਏ। ਹਾਂਜੀ। ਔਰ ਕੁਝ ਪਾਪੂਲੇਸ਼ਨ ਕੰਟਰੋਲ ਹੋ ਗਈ। ਠੀਕ। ਬੱਚੇ ਆਮ ਤੌਰ 'ਤੇ ਦੇਖੋਗੇ ਸਾਰੇ ਫੋਰਨ ਜਾ ਰਹੇ ਨੇ। ਇਸ ਕਰਕੇ ਆਬਾਦੀ, ਕਿਉਂਕਿ 75 ਸਾਲ ਹੋ ਗਏ, 75 ਸਾਲ ਦੇ ਵਿੱਚ ਬੈਕਵਰਡ ਕਲਾਸ ਨੂੰ ਵੀ ਚਾਂਸ ਮਿਲ ਗਿਆ, ਹਿੰਦੂਆਂ ਨੂੰ ਵੀ ਚਾਂਸ ਮਿਲਿਆ। ਗੋਪੀ ਚੰਦ ਭਾਰਗਵ, ਸਕੀਮ ਸੈਨ ਚੱਚਰ, ਕਾਮਰੇਡ ਰਾਮ ਕਿਸ਼ਨ, ਹਾਂਜੀ। ਈਵਨ ਖੱਤਰੀਆਂ ਦੇ ਵਿੱਚੋਂ ਵੀ ਜਿਹੜੇ ਗੁਰਮੁਖ ਮੁਸਾਫਰ, ਹਾਂਜੀ, ਉਹ ਮੁੱਖ ਮੰਤਰੀ ਰਹੇ। ਗਿਆਨੀ ਜੈਤ ਸਿੰਘ ਬੈਕਵਰਡ ਕਲਾਸ 'ਚੋਂ ਰਹੇ। ਦਲਤਾਂ 'ਚ ਬਥੇਰੇ ਕੰਪੀਟੈਂਟ ਲੀਡਰ ਰਹੇ ਨੇ, ਦਲਤਾਂ ਨੂੰ ਕਿਉਂ ਨਾ ਮੌਕਾ ਮਿਲੇ। ਔਰ ਦਲਿਤ ਤੇ OBC, ਦਲਿਤ ਤੇ ਹਿੰਦੂ, ਇਹ 3 ਕਲਾਸ ਐਸੀਆਂ ਨੇ ਪੰਜਾਬ 'ਚ। ਗਰੀਬ ਜੱਟ ਜਿਹੜਾ ਕਾਂਗਰਸ ਨੂੰ ਖੜੀ ਕਰਦਾ ਹੈ, ਕਾਂਗਰਸ ਤੋਂ ਜਦੋਂ ਨਾਰਾਜ਼ ਹੋ ਜਾਂਦੇ ਨੇ ਤਾਂ ਕਾਂਗਰਸ ਡਾਊਨ ਹੋ ਜਾਂਦੀ ਹੈ। ਪਿਛਲੀ ਸਰਕਾਰਾਂ ਜਿਹੜੀਆਂ ਬਣਦੀਆਂ ਰਹੀਆਂ ਨੇ, ਜਦੋਂ ਵੀ ਇਹ ਵਰਗ ਨਾਰਾਜ਼ ਹੋਇਆ ਤਾਂ ਆਪੋਜੀਸ਼ਨ ਆਉਂਦੀ ਰਹੀ ਹੈ। ਅਕਾਲੀ ਦਲ ਆਉਂਦਾ ਰਿਹਾ। ਅਕਾਲੀ ਦਲ ਦੇ ਵੇਲੇ ਵੀ ਸਕੈਮ ਹੋਇਆ 400 ਕਰੋੜ ਰੁਪਏ ਦਾ, 1207। ਪਾਰਲੀਮੈਂਟ 'ਚ ਰਿਪੋਰਟ ਰੱਖੀ ਗਈ ਹੈ, 18 'ਚ ਕੈਗ ਨੇ ਇੱਕ ਇਨਕੁਆਇਰੀ ਕੀਤੀ। ਉਹ 'ਚ ਸਹੀ ਰਿਪੋਰਟ 'ਚ ਆਇਆ, ਜਿਹੜੀ ਪਾਰਲੀਮੈਂਟ 'ਚ ਰੱਖੀ, ਵਿਧਾਨ ਸਭਾ 'ਚ ਵੀ ਰੱਖੀ ਹੈ, ਉਹ 400 ਕਰੋੜ ਰੁਪਏ ਦਾ ਘਪਲਾ ਹੋਇਆ। ਉਹਦੇ ਨਾਲ ਕਈ ਲੱਖਾਂ ਉਹਨਾਂ ਨੇ ਤਾਂ ਕੀਤਾ। ਸਾਡੇ ਵਾਲੇ ਉਦੋਂ ਵੀ ਉੱਪਰ ਨਿਕਲੇ। ਸਾਡੇ ਵੀ ਸਕੂਲ ਬੱਚਿਆਂ ਦੀ ਜ਼ਿੰਦਗੀ ਤਬਾਹ ਕਰਤੀ, ਸਕਾਲਰਸ਼ਿਪ ਖਾ ਕੇ, ਫੀਸਾਂ ਨਹੀਂ ਦਿੱਤੀਆਂ। 8 ਸਾਲਾਂ 'ਚ ਇਹ ਅਫੀਸ਼ੀਅਲ ਡਾਟਾ ਹੈ ਕਿ 15 ਲੱਖ ਬੱਚਾ ਤਕਰੀਬਨ ਸਕੂਲ 'ਚ ਕਾਲਜਾਂ 'ਚ ਜਾਣ ਤੋਂ ਵਾਂਝਾ ਹੋ ਗਿਆ, ਜਾਂ ਐਜੂਕੇਸ਼ਨ ਤੋਂ ਰਹਿ ਗਏ, ਜਾਂ ਡਿਗਰੀਆਂ ਜੇ ਐਗਜ਼ਾਮ ਪਾਸ ਕਰਤਾ ਡਿਗਰੀਆਂ ਰੋਕ ਲਈਆਂ। ਅਖਬਾਰਾਂ ਚਾਹੁੰਦਾ ਧਰਨੇ ਲੱਗੇ ਰਹੇ ਹੈ। ਮੈਂ ਜਲੰਧਰ ਧਰਨਿਆਂ 'ਚ ਜਾ ਕੇ ਆਇਆ ਸਕਾਲਰਸ਼ਿਪ ਮਾਮਲੇ 'ਚ, ਸਟੂਡੈਂਟ ਦੇ ਹੱਕ 'ਚ। ਇਸ ਕਰਕੇ ਸਰਕਾਰ ਦੀ ਜਿਹੜੀ ਸ਼ਾਖ ਹੈ, ਔਰ ਦੂਸਰੇ ਪਾਸੇ ਇਲੀਗਲ ਡਿਸਟਿਲਰੀਆਂ, ਉਹਦੇ 'ਚ 136-34 ਬੰਦੇ ਮਰੇ ਨੇ ਅੰਮ੍ਰਿਤਸਰ 'ਚ। ਇਹ ਤਾਂ ਚਲੋ ਜਾਗਰਤ ਹੋ ਗਏ ਜ਼ਹਿਰੀਲੀ ਸ਼ਰਾਬ ਨਾਲ। 9 ਡਿਸਟਿਲਰੀਆਂ ਫੜੀਆਂ ਗਈਆਂ, 5 ਪਟਿਆਲੇ 'ਚ, ਜਿੱਥੇ ਕੈਪਟਨ ਸਾਹਿਬ ਦਾ ਆਪਣਾ ਜ਼ਿਲ੍ਹਾ, ਔਰ ਈਵਨ ਬਾਦਲ ਸਾਹਿਬ ਦੇ ਪਿੰਡ 'ਚ ਫੜੀ ਗਈ। ਕੋਈ ਕਾਰਵਾਈ ਨਹੀਂ। ਜਿਹੜੇ ਮਾਲਕ ਨੇ ਕਰੋੜਾਂ ਰੁਪਏ ਦੇ, ਜਿਨ੍ਹਾਂ ਨੇ ਯੂਨਿਟ ਲਾਏ ਨੇ, ਔਰ ਚੂਨਾ ਲਾਇਆ, ਸੈਂਟਰ ਨੂੰ ਵੀ ਲਾਇਆ, ਪੰਜਾਬ ਨੂੰ ਵੀ ਲਾਇਆ, ਐਕਸਾਈਜ਼ ਡਿਊਟੀ ਦਾ ਸੈਂਟਰ ਨੂੰ ਵੀ ਲੱਗਿਆ। ਨਾ ਸੈਂਟਰ ਨੇ ਐਕਸ਼ਨ ਲਿਆ। ਮੈਂ ਰਾਜ ਸਭਾ 'ਚ ਵੀ ਰੇਸ ਕੀਤਾ, ਮੁੱਖ ਮੰਤਰੀ ਨੂੰ ਵੀ ਦਿੱਤਾ, ਗਵਰਨਰ ਨੂੰ ਵੀ ਦਿੱਤਾ, ਕੋਈ ਅਸਰ ਨਹੀਂ। ਕਿਉਂਕਿ ਇਹ 'ਚ ਪੰਜਾਬ ਦਾ ਪੁਲਿਸ ਦਾ ਮੁਖੀ, ਜੇ ਮੁੱਖ ਮੰਤਰੀ ਨਹੀਂ ਕੁਛ ਕਰਾਉਂਦਾ ਤਾਂ ਪੰਜਾਬ ਦਾ ਜਿਹੜਾ ਪੁਲਿਸ ਦਾ ਮੁਖੀ ਹੈ ਉਹਦਾ ਹੱਕ ਬਣਦਾ ਇਸ ਸਮਗਰਾਰਾਂ ਦੇ ਖਿਲਾਫ ਐਕਸ਼ਨ ਲਵੇ।
ਔਰ ਘਰ ਘਰ ਤਾਂ ਨੌਕਰੀ ਦੇਣ ਦੀ ਬਜਾਏ ਅੱਜ ਘਰ ਘਰ ਨਸ਼ਾ ਮਿਲ ਰਿਹਾ, ਸਪਲਾਈ ਹੋ ਰਿਹਾ। ਰੋਜ਼ ਰੋਜ਼ ਇੱਕ ਬੰਦਾ ਚਿੱਟੇ ਨਾਲ ਮਰਦਾ। ਸਰਕਾਰ ਦਾਅਵਾ ਕਰਦੀ ਹੈ ਕਿ ਅਸੀਂ ਜਿਹੜੇ ਆ ਉਹਨਾਂ ਨਸ਼ੀਲੇ ਪਦਾਰਥ ਵੇਚਣ ਵਾਲਿਆਂ ਨੇ ਲੱਕ ਤੋੜਤਾ। ਤੁਸੀਂ ਇਹਦੇ ਬਾਰੇ ਕੀ ਕਹਿਣਾ? ਤੁਸੀਂ ਰੋਜ਼ ਦੇਖਦੇ ਹੋ। ਹਾਂਜੀ। ਜੇ ਲੱਕ ਤੋੜਿਆ ਹੁੰਦਾ, ਕਿਸੇ ਪਿੰਡ 'ਚ ਚਲੋ ਤੁਹਾਨੂੰ ਸ਼ਰਾਬ ਵੀ ਮਿਲੇਗੀ। ਕੋਰੀਅਰ ਨੇ, ਜਿਵੇਂ ਅੱਜ ਕੱਲ੍ਹ ਨਵਾਂ ਫੈਸ਼ਨ ਚੱਲਿਆ ਵੀ ਘਰ ਪਹੁੰਚ ਕਰਦੇ ਨੇ, ਕੋਈ ਵੀ ਸਮਾਨ ਮੰਗਾਉਣਾ, ਸ਼ਰਾਬਾਂ ਵਾਲੇ ਵੀ ਘਰ ਪੇਟੀਆਂ ਭੇਜਦੇ ਨੇ, ਇਸੇ ਤਰ੍ਹਾਂ ਨਸ਼ੇ ਵਾਲੇ ਵੀ ਘਰ ਸਪਲਾਈ ਕਰਦੇ ਨੇ। ਜੇ ਬਾਰਡਰ ਤੋਂ ਮਾਲ ਆਉਂਦਾ ਹੈ, ਕਹਿੰਦੇ ਨੇ ਬਾਰਡਰ 'ਤੇ ਆਉਂਦਾ ਹੈ, ਇੱਕ ਅੱਧੀ ਖੇਪ ਫੜ ਲੈਂਦੇ ਨੇ ਖਾਣਾ ਪੂਰੀ ਕਰਨ ਲਈ, ਬਾਕੀ ਫਿਰ ਨਸ਼ੇ ਕਿਉਂ? ਫਿਰ ਰੋਜ਼ ਇੱਕ ਅੱਧਾ ਨੌਜਵਾਨ ਮਰਦਾ ਹੈ ਓਵਰਡੋਜ਼ ਨਾਲ, ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ। ਜੇ ਲੱਕ ਤੋੜਿਆ ਹੁੰਦਾ ਫਿਰ ਇਹ ਦਿਨ ਨਾ ਆਉਂਦੇ। ਤੇ ਟੋਟਲ ਕੁੱਲ ਮਿਲਾ ਕੇ ਜਿਹੜੀ ਪੰਜਾਬ ਦੀ ਤੁਸੀਂ ਫਿਊਚਰ ਕੀ ਦੇਖਦੇ ਹੋ ਪੰਜਾਬ ਦੇ ਵਿੱਚ ਅਗਲੀਆਂ ਚੋਣਾਂ ਨੂੰ ਲੈ ਕੇ? ਕਾਂਗਰਸ ਤੇ ਵਿਰੋਧੀ ਪਾਰਟੀਆਂ ਤੁਹਾਨੂੰ ਕੀ ਕਿਸ ਕਿਸਮ ਦੀ ਸਥਿਤੀ ਲੱਗਦੀ? ਦੇਖੋ, ਮੈਂ ਮੁੱਖ ਮੰਤਰੀ ਜਿਹੜਾ ਦਲਿਤ ਬਣਾਉਣ ਦੀ ਗੱਲ ਤਾਂ ਕਰਦਾ ਹੈ ਕਿਉਂਕਿ ਕਾਂਗਰਸ ਦਾ ਜਿਹੜੀ ਹੈ ਗਰਾਫ ਥੱਲੇ ਨੂੰ ਜਾ ਰਿਹਾ। ਪੰਜਾਬ ਦਾ SC BC ਔਰ ਗਰੀਬ ਹਿੰਦੂ, ਗਰੀਬ ਬੇਜ਼ਮੀਨਾ ਜਾ, ਉਹਨਾਂ ਨੂੰ ਤਾਂ ਕੁਛ ਨਹੀਂ ਮਿਲਿਆ, ਉਹ ਨਿਰਾਸ਼ ਹੈ। ਦੂਸਰੀਆਂ ਪਾਰਟੀਆਂ ਡਿਪਟੀ ਚੀਫ ਮਿਨਿਸਟਰ ਦੀਆਂ ਗੱਲਾਂ ਕਰਦੇ ਨੇ, ਸੁਖਬੀਰ ਬਾਦਲ ਨੇ, ਜੇ ਇਹ ਨਹੀਂ ਹਿੱਸਾ ਹੈ ਕਿਉਂਕਿ ਪੋਲੀਟੀਕਲ ਇਹਨਾਂ ਦੀ ਜਿਹੜੀ ਪੈਰਾਂ 'ਚੋਂ ਜ਼ਮੀਨ ਖਿਸਕਦੀ ਜਾ ਰਹੀ ਹੈ। ਬੀਜੇਪੀ ਤਾਂ ਦਲਿਤ ਮੁੱਖ ਮੰਤਰੀ ਬਣਾਉਣ ਦੀ ਵੀ ਗੱਲ ਕਰਦੀ। ਬੀਜੇਪੀ ਦੇ ਕੇ ਆਇਆ ਹੈ ਉਹਨਾਂ ਦਾ ਲੀਡਰਾਂ ਦਾ, ਪਹਿਲਾਂ ਟਰਾਇਲ ਦੇ ਤੌਰ ਤੇ ਉਹਨਾਂ ਦਾ 15 ਸੂਬਿਆਂ 'ਚ ਰਾਜ ਹੈ। ਜੇ ਉਹ ਸਿੰਸੀਅਰ ਹੈ, ਇੱਥੇ ਤਾਂ ਹੋਣੇ ਆ ਇਲੈਕਸ਼ਨ। ਜਿਵੇਂ ਸਾਡੇ ਵਾਲਿਆਂ ਨੇ ਵਾਅਦਾ ਕੀਤਾ, ਇੱਕ ਨੇ ਬੀਜੇਪੀ ਕਹਿ ਰਹੀ ਹੈ ਜਦ ਮੌਕਾ ਆਊਗਾ, ਪਰ ਅਜੇ ਮੈਨੂੰ ਹਾਲਾਤ ਨਹੀਂ ਲੱਗਦੇ ਪੰਜਾਬ 'ਚ ਇਹੋ ਜਿਹੇ। ਬੀਜੇਪੀ ਦੇ ਜੇ ਦਲਤਾਂ ਦਾ ਇੰਨਾ ਮੋਹ ਹੈ, ਹਿੱਸਾ ਹੈ, ਤਾਂ 15 'ਚ 2-3 ਸੂਬਿਆਂ 'ਚ ਮੁੱਖ ਮੰਤਰੀ ਬਣਾ ਦੇਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਭਰੋਸਾ ਹੋ ਜਾਵੇ ਵੀ ਬੀਜੇਪੀ ਸਿੰਸੀਅਰ ਹੈ ਦਲਤਾਂ ਵਾਸਤੇ, ਬਣਾ ਦੇਣ, ਚੰਗੀ ਗੱਲ ਹੈ, ਔਰ ਇਹਦਾ ਲੋਕਾਂ 'ਚ ਅਸਰ ਵੀ ਜਾਏਗਾ। ਪਰ ਇੱਕ ਗੱਲ ਦੇਖਣ ਵਾਲੀ ਹੈ, ਜਿਹੜੀਆਂ ਬੀਜੇਪੀ ਦੀਆਂ ਨੀਤੀਆਂ ਕੇਂਦਰ ਸਰਕਾਰ ਦੀਆਂ, ਉਹਦਾ ਬਹੁਤੀਆਂ ਜ਼ਿਆਦਾਤਰ ਨੀਤੀਆਂ ਜਿਹੜੀਆਂ ਕਾਰਪੋਰੇਟ ਦੇ ਪੱਖੀ ਹੈਗੀਆਂ, ਆਮ ਜਨਤਾ ਦੇ ਪੱਖ 'ਚ ਤਾਂ ਹੈਗੀਆਂ ਨਹੀਂ। ਤੁਸੀਂ ਦੇਖੋ, ਵਾਰ-ਵਾਰ ਤੇਲ ਦੀਆਂ ਕੀਮਤਾਂ ਵਧੀਆਂ, ਰਸੋਈ ਗੈਸ ਦੀਆਂ ਕੀਮਤਾਂ ਵਧੀਆਂ, ਇਹਦੇ ਸਾਰੇ 'ਚ ਤੁਹਾਨੂੰ ਜਿਹੜਾ ਕਿਸਾਨ ਅੰਦੋਲਨ ਆ, ਇਹ ਸਾਰਾ ਜਿਹੜਾ ਕਾਰਪੋਰੇਟ ਖਿਲਾਫ ਹੈ। ਮਤਲਬ ਜਿਹੜੇ ਖੇਤੀ ਕਾਨੂੰਨ ਉਹ ਵੀ ਕਾਰਪੋਰੇਟ ਦੇ ਪੱਖ ਦੇ ਵਿੱਚ ਹੈ। ਇਹਦੇ ਟੋਟਲ ਸਥਿਤੀ ਨੂੰ ਤੁਸੀਂ ਕਿਵੇਂ? ਕੋਈ ਕਾਰਪੋਰੇਟ ਘਰਾਣਿਆਂ ਨੂੰ, ਹੁਣ ਤੁਸੀਂ ਦੇਖੋ ਇੰਦਰਾ ਗਾਂਧੀ ਜੀ ਨੇ ਬੈਂਕਾਂ ਨੈਸ਼ਨਲਾਈਜ਼ ਕੀਤੀਆਂ, ਪ੍ਰੀਵੀ ਪਰਸ ਬੰਦ ਕੀਤੇ, ਉਸ ਨੇ ਕਈ ਰੈਵੋਲੂਸ਼ਨਰੀ ਸਟੈਪ ਲਏ ਸੀ, ਰੁਜ਼ਗਾਰ ਦੇ ਨਵੇਂ ਐਵੀਨਿਊ ਖੋਲ੍ਹੇ। ਇਹ ਜਿਹੜੇ ਕਾਰਪੋਰੇਟ ਘਰਾਣੇ ਨੇ, ਇਹ ਕਈ ਤਾਂ ਇਹ ਤਾਂ ਮੈਂ ਸਮਝਦਾ ਕਿ ਇੱਕ ਪਾਸੇ ਤਾਂ ਰਿਜ਼ਰਵੇਸ਼ਨ ਖਤਮ ਹੋ ਰਹੀ ਹੈ, ਨੌਕਰੀਆਂ ਬੰਦ ਹੋ ਰਹੀਆਂ। ਕਾਰਪੋਰੇਟ ਸੈਕਟਰ ਜਿਹੜੇ ਅਮੀਰ ਬਣੇ ਨੇ, ਉਹਦੇ 'ਚ ਕੁਝ ਹੱਦ ਤੱਕ ਅਸੀਂ ਵੀ ਜ਼ਿੰਮੇਵਾਰ ਹਾਂ। ਸਾਡੇ ਵੇਲੇ ਵੀ ਹੋਇਆ ਹੈ, ਇਹ ਵੀ ਮੈਂ ਕਹਾਂਗਾ। ਇਹ ਕਾਰਪੋਰੇਟ ਹੱਥਾਂ ਦੇ ਵਿੱਚ ਸਾਰਾ ਕੁਝ ਦੇ ਦੇਣਾ, ਤੇ ਇਹਨਾਂ ਨੂੰ ਚਾਹੀਦਾ ਹੈ ਕਿ ਇੰਡੀਅਨ ਕਲਚਰ ਦੇ ਮੁਤਾਬਕ ਗੱਲ ਕਰਨ, ਸਮਾਲ ਸਕੇਲ ਇੰਡਸਟਰੀ, ਮੋਨੋਪੋਲਿਸਟ ਜਿਹੜਾ ਸਿਸਟਮ ਹੈ, ਪਰ ਇਹ ਬੰਦ ਹੋਣਾ ਚਾਹੀਦਾ। ਜਿਹੜੀਆਂ ਤੁਸੀਂ ਇੰਦਰਾ ਗਾਂਧੀ ਦੀ ਗੱਲ ਕੀਤੀ ਹੈ, ਇਹ ਤਾਂ ਸਾਰੀਆਂ ਨੀਤੀਆਂ ਨੂੰ ਹੀ ਰਿਵਰਸ ਕਰਤਾ ਇਹਨਾਂ ਦਾ। ਮੈਂ ਕਹਿੰਦਾ ਵੀ ਉਹਦਾ ਨੁਕਸਾਨ ਹੋਇਆ, ਸਾਡੀ ਪਾਰਟੀ ਵੇਲੇ ਵੀ ਹੋਇਆ। ਗਲੋਬਲਾਈਜੇਸ਼ਨ ਦੀ ਗੱਲ ਕੀਤੀ, ਪ੍ਰਾਈਵੇਟੇਸ਼ਨ ਦੀ ਗੱਲ ਕੀਤੀ, ਉਹਦਾ ਨੁਕਸਾਨ ਕਾਂਗਰਸ ਨੂੰ ਹੋਇਆ। ਅੱਜ ਕਾਂਗਰਸ ਕਿੱਥੇ ਖੜੀ ਹੈ, ਸਾਡੀ ਪਾਰਟੀ ਕਿੱਥੇ ਖੜੀ ਹੈ? ਜਿਹੜੇ ਇੰਦਰਾ ਗਾਂਧੀ ਨੇ ਸਟੈਪ ਰਹੇ, ਗਰੀਬੀ ਹਟਾਓ ਦਾ ਨਾਅਰਾ ਲਾਇਆ, ਗਰੀਬਾਂ ਲਈ ਉਹਨੇ ਐਵੀਨਿਊ ਦਿੱਤੇ, ਇਹ ਸਾਰਾ ਇਹ ਡਿਸੀਜ਼ਨ ਰੈਵੋਲੂਸ਼ਨਰੀ ਨਹੀਂ ਰਹੇ, ਉਹਨਾਂ ਨੂੰ ਪਲਟਿਆ ਸਾਡੀ ਸਰਕਾਰ ਨੇ, ਉਹਦਾ ਖਮਿਆਜ਼ਾ ਕਾਂਗਰਸ ਭੁਗਤ ਰਹੀ ਹੈ। ਹੁਣ ਉਹੀ ਕੰਮ ਮੋਦੀ ਸਾਹਿਬ ਕਰਨ ਲੱਗ ਗਏ, ਇਹ ਸਰਕਾਰ ਕਰਨ ਲੱਗ ਗਈ, ਔਰ ਲੋਕ ਇਹਨਾਂ ਨੂੰ ਵੀ ਸਬਕ ਸਿਖਾਉਣਗੇ ਆਉਣ ਵਾਲੇ ਸਮੇਂ 'ਚ। ਤੇ ਮੈਂ ਪੰਜਾਬ ਦੇ ਉੱਪਰ ਫੇਰ ਆਉਣਾ, ਪੰਜਾਬ ਦੀ ਕੀ ਸਥਿਤੀ ਤੁਸੀਂ ਦੇਖਦੇ ਹੋ? ਕਾਂਗਰਸ, ਅਕਾਲੀ ਦਲ ਦਾ ਬਸਪਾ ਨਾਲ ਗੱਠਜੋੜ ਹੋਇਆ, ਆਮ ਆਦਮੀ ਪਾਰਟੀ ਆ, ਬੀਜੇਪੀ ਆ, ਕੁਝ ਲੈਫਟ ਪਾਰਟੀਆਂ ਨੇ। ਤੁਸੀਂ ਅਗਲੀਆਂ ਚੋਣਾਂ ਕੀ ਦੇਖਦੇ ਹੋ ਵੀ ਕੌਣ ਧਿਰ ਅੱਗੇ ਆ ਸਕਦੀ ਹੈ? ਜਿਹੜਾ ਪ੍ਰੈਜ਼ੈਂਟ ਜਿਹੜਾ ਮੌਜੂਦਾ ਹਾਲਾਤ ਨੇ,
ਪਾਰਟੀਆਂ ਦੇ ਹਾਂਜੀ। ਉਹ ਮੈਨੂੰ ਕੋਈ ਸਾਜ਼ਗਾਰ ਨਹੀਂ ਰਹੇ। ਅੱਛਾ। ਇਹ ਜਿਹੜੀ ਇੱਕ ਕਰੋਨਾ, ਦੂਸਰਾ ਜਿਹੜੀ ਇੱਕ ਐਜੀਟੇਸ਼ਨ ਹੈ ਕਿਸਾਨਾਂ ਦੀ, ਹਾਂਜੀ। ਤਿੰਨ ਬਿਨਾਂ ਚੰਗਾ ਹੁੰਦਾ ਮੋਦੀ ਜਾਂ ਬੀਜੇਪੀ ਵਾਲੇ ਕਿਸਾਨਾਂ ਨਾਲ ਗੱਲਬਾਤ ਕਰਕੇ ਇਹ ਬਿੱਲ ਲਿਆਉਂਦੇ। ਉਹਦੇ ਕਰਕੇ ਜਿਹੜਾ, ਕਿਉਂਕਿ ਕਿਸਾਨੀ ਦੇ ਨਾਲ ਇਕੱਲਾ ਕਿਸਾਨ ਦਾ ਇਹ ਮੂਵਮੈਂਟ ਨਹੀਂ ਬਣੀ, ਇਹ 'ਚ ਰਿਕਸ਼ਾ ਪੁੱਲਰ, ਜੁੱਤੀਆਂ ਗੱਠਣਾ, ਮਨਿਆਰੀ ਦੀ ਇਹ ਦੁਕਾਨ, ਮਜ਼ਦੂਰ ਤੋਂ ਲੈ ਕੇ ਉੱਪਰ ਕਰਿਆਨੇ ਵਾਲਾ, ਹਰ ਵਰਗ ਪੰਜਾਬ ਦਾ ਜਿਹੜਾ ਹੈ ਉਹ ਅੱਜ ਕੱਲ੍ਹ ਕਿਸਾਨ ਮੂਵਮੈਂਟ ਦੇ ਨਾਲ ਖੜਾ ਹੈ। ਅਜੇ ਇਲੈਕਸ਼ਨ ਜੇ ਆਪਾਂ ਕਹਿ ਦਈਏ ਹਾਂਜੀ। ਕਿਹੜੀ ਪਾਰਟੀ ਆਊਗੀ, ਅਜੇ ਉਹ ਮਾਹੌਲ ਨਹੀਂ ਬਣਿਆ। ਤੇ ਤੁਹਾਨੂੰ ਲੱਗਦਾ ਵੀ ਪੰਜਾਬ ਦੇ ਵਿੱਚ ਚੋਣਾਂ ਜਿਹੜੀਆਂ ਕੇਂਦਰ ਸਰਕਾਰ ਅੱਗੇ ਪਿੱਛੇ ਕਰਾ ਸਕਦਾ, ਵੀ ਥੋੜਾ ਅੱਗੇ ਲੈ ਜਾਣ, ਪੋਸੀਬਿਲਿਟੀ ਹੈਗੀ ਕਿ ਰਾਸ਼ਟਰਪਤੀ ਰਾਜ ਦਾ? ਹਾਲਾਤ ਜਿਹੜੇ ਹੈ, ਜਿਸ ਤਰ੍ਹਾਂ ਦੇ ਹਾਲਾਤ ਲੱਗਦੇ ਨੇ, ਇਲੈਕਸ਼ਨ ਨਾਰਮਲ ਸਥਿਤੀ 'ਚ ਹੋ ਸਕਦੇ ਨੇ। ਕਿਸਾਨ ਯੂਨੀਅਨ ਦਾ ਪੋਲੀਟੀਕਲ ਲੋਕਾਂ ਨੂੰ ਕਹਿਣਾ ਕਿ ਪੋਲੀਟੀਕਲ ਐਕਟੀਵਿਟੀ ਬੰਦ ਕਰੋ, ਇਹ ਇਸ ਐਂਗਲ ਨਾਲ ਜੇ ਸੋਚਿਆ ਜਾਵੇ ਤਾਂ ਮੈਨੂੰ ਨਹੀਂ ਲੱਗਦਾ ਇਲੈਕਸ਼ਨ ਹੋ ਸਕਦਾ, ਡਿਲੇ ਵੀ ਹੋ ਮਤਲਬ ਦੇਰ ਹੋ ਸਕਦੀ, ਮਤਲਬ ਡਿਲੇ ਹੋ ਸਕਦੀ ਹੈ। ਤੇ ਤੁਸੀਂ ਜਿਹੜੀ ਨਵੀਂ ਸਥਿਤੀ ਪੰਜਾਬ ਕਾਂਗਰਸ ਦੇ ਵਿੱਚ ਪੈਦਾ ਹੋਈ ਹੈ, ਮਤਲਬ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣ ਗਏ ਕਾਂਗਰਸ ਦੇ, ਇਹ ਕਿਹਾ ਜਾ ਰਿਹਾ ਵੀ ਕੁਝ ਐਮਐਲਏ ਜਿਹੜੇ ਉਹਨਾਂ ਨਾਲ ਗਏ ਸੀਗੇ ਜਾਂ ਇਸ ਕਿਸਮ ਦੀ ਚਰਚਾ ਹੋਣ ਲੱਗੀ ਵੀ ਉਹਨਾਂ ਦੇ ਕੰਮ ਰੁਕ ਗਏ, ਇਸ ਗੱਲ ਨੂੰ ਕਿਵੇਂ ਦੇਖਦੇ ਹੋ? ਦੇਖੋ ਹੁਣ ਇੱਥੇ ਕੋਈ ਪਤਾ ਲੱਗਦਾ ਕਦ ਕਿਹਦੇ ਨਾਲ ਹੈ। ਹਾਂਜੀ। ਕਿਉਂਕਿ ਅੱਗੇ ਹੁੰਦੇ ਤੇ ਜਿਹੜੇ ਪੋਲੀਟੀਕਲ ਲੋਕ ਹੁੰਦੇ ਤੇ ਉਹ ਲੋਕਾਂ ਦੇ ਜਵਾਬ ਦੇਣ ਦੀ ਸੇਵਾਦਾਰ ਹੁੰਦੇ ਤੇ। ਹੁਣ ਇਹ ਜਿਹੜਾ ਇਲੈਕਸ਼ਨ ਲੜਨਾ, ਐਮਐਲਏ ਮਲਟੀ ਮਿਲੀਅਨਰ ਲਿਆਉਣੇ, ਰਿਟਾਇਰਡ ਅਫਸਰਾਂ ਨੂੰ ਲਿਆ ਕੇ ਟਿਕਟ ਦੇਣੇ, ਈਵਨ ਹਾਈ ਕੋਰਟ ਦੇ ਜੱਜਾਂ ਤੱਕ ਜਿਨ੍ਹਾਂ ਕੋਲ ਪੈਸੇ ਨਹੀਂ ਹੈ ਜੀ। ਔਰ ਸਾਡੀ ਪਾਰਟੀ 'ਚ ਤਾਂ ਕਾਂਗਰਸ 'ਚ ਇਹ ਹੋਇਆ ਹੈ ਕਿ ਜਿਹੜੇ ਬੰਦੇ 12 'ਚ ਇਲੈਕਸ਼ਨ ਲੜੇ ਤੇ 8-9 ਉਹ ਨਹੀਂ ਜਿਹੜੇ 17 'ਚ ਕਾਂਗਰਸ ਦੇ ਐਮਐਲਏ ਬਣ ਗਏ, ਕਰੋੜਾਪਤੀ ਨੇ। ਔਰ ਕਹਿ ਸਕਦਾ ਮੈਂ ਕਿ 60-70% ਤਾਂ ਕੋਈ ਰੇਤ 'ਚ ਮਾਲ, ਕੋਈ ਮਾਈਨ 'ਚ ਹੈ, ਕੋਈ ਸ਼ਰਾਬ 'ਚ ਹੈ, ਕੋਈ ਪ੍ਰਾਪਰਟੀਆਂ ਦੇ ਕਬਜ਼ਿਆਂ 'ਚ ਹੈ। ਔਰ ਸਰਕਾਰ ਦੇ ਵਿੱਚ ਦਰਬਦਲੂਏ ਬਹੁਤ ਨੇ, ਜਿਹੜੇ ਸਾਲ ਦੇ ਅੰਦਰ ਅੰਦਰ ਮੈਨੇਜ ਕਰਕੇ ਮੰਤਰੀ ਵੀ ਬਣਦੇ। ਜਿਹੜੇ ਟ੍ਰੈਡੀਸ਼ਨਲ ਕਾਂਗਰਸਮੈਨ ਸੀ, ਜਿਨ੍ਹਾਂ ਦੀਆਂ ਕੁਰਬਾਨੀਆਂ ਇੱਕ ਦੋ ਪਰਿਵਾਰਾਂ ਨੂੰ ਛੱਡ ਕੇ, ਕਿਉਂਕਿ ਉਹ ਚਾਪਲੂਸੀ ਕਰਦੇ ਨੇ, ਉਹ ਤਾਂ ਬਚ ਗਏ, ਬਾਕੀ ਤਾਂ ਸਭ ਘਰ ਬਹਾਤੇ। ਇਸ ਲਈ ਕਾਂਗਰਸਮੈਨ ਤਾਂ ਮੈਨੂੰ ਕੋਈ ਉਹ ਦਿੰਦਾ ਹੈ ਮੌਜੂਦਾ ਜਿਹੜਾ ਲਾਟ ਹੈ ਐਮਐਲਏ ਦਾ, ਬਾਕੀ ਤਾਂ ਸਾਰੇ ਡਿਫਾਲਟਰ ਨੇ, ਡਿਫੈਕਟਰ ਨੇ। ਇਸ ਕਰਕੇ ਮੈਂ ਇਹ ਕਹਾਂਗਾ ਕਿ ਕਾਂਗਰਸ ਨੂੰ ਸਰਵਾਈਵ ਕਰਾਉਣ ਲਈ ਜੇ ਜ਼ਰੂਰੀ, ਕਿਉਂਕਿ ਕਾਂਗਰਸ ਨੂੰ ਲਿਆਉਣ ਵਾਲੀ ਜਮਾਤ ਕੌਣ ਨੇ? ਗਰੀਬ, ਐਸਸੀ ਹੋਣ, ਬੀਸੀ ਹੋਣ, ਗਰੀਬ ਬ੍ਰਾਹਮਣ ਹੈ, ਖੱਤਰੀ ਹੈ, ਨਾਬੇ ਜ਼ਮੀਨਾਂ ਜੱਟ ਹੈ, ਇਹ ਲੋਕ ਲਿਆਉਂਦੇ ਨੇ। ਇਹ 5 ਸਾਲ ਦੇ ਵਿੱਚ ਇਗਨੋਰ ਹੋਏ। ਇਸ ਲਈ ਕਾਂਗਰਸ ਨੂੰ ਰਿਵਾਈਵਲ ਲਈ 75 ਸਾਲਾਂ 'ਚ ਤਾਂ ਮੁੱਖ ਮੰਤਰੀ ਕੋਈ ਬਣਾ ਨਹੀਂ ਸਕੇ। ਜੇ ਕਾਂਗਰਸ ਨੇ ਮੈਜੋਰਟੀ ਲਿਆਉਣ ਦੀ ਤਾਂ ਮੈਂ ਗੱਲ ਨਹੀਂ ਅਜੇ ਕਰਦਾ, ਹਾਲਾਤ ਐਸੇ ਨੇ, ਪਰ ਸਰਵਾਈਵਲ ਦਾ ਸਵਾਲ ਹੈ। ਕਿਉਂਕਿ ਅਕਾਲੀਆਂ ਦੀ ਵੀ ਸ਼ਾਖ, ਬੀਜੇਪੀ ਦੀ, ਬਾਕੀ ਪਾਰਟੀਆਂ ਦੀ ਵੀ ਅਜੇ ਕੋਈ ਕਹਿ ਨਹੀਂ ਸਕਦੇ ਕਿ ਉਹਨਾਂ ਦੇ ਹਾਲਾਤ ਕਿਆ ਹੋਣਗੇ। ਨਵਜੋਤ ਸਿੱਧੂ ਦੇ ਆਉਣ ਨਾਲ ਨਹੀਂ ਕੋਈ ਫਰਕ ਪਿਆ? ਕਹਿੰਦੇ ਵੀ ਨਵਜੋਤ ਸਿੱਧੂ ਨੇ ਆਵਾਜ਼ ਉਠਾਈ ਮਾਫੀਆ ਦੇ ਖਿਲਾਫ, ਮਾਫੀਆ ਆਪਣੇ ਕੰਮ ਕਰਦਾ, ਹੋਰ ਉਹਨੇ ਗੱਲਾਂ ਕੀਤੀਆਂ ਨੇ, ਚੰਗੀਆਂ ਕੀਤੀਆਂ ਨੇ, ਪਰ ਸਰਕਾਰ ਨੇ ਕੀਤਾ ਕੁਛ ਨਹੀਂ। ਗੱਲ ਤਾਂ ਇਹ ਹੈ ਜੀ, ਲੋਕ ਜਿਹੜੇ ਨੇ ਉਹ ਸਾਨੂੰ ਪੁੱਛਦੇ ਨੇ, ਕਿਉਂਕਿ ਅਸੀਂ ਤਾਂ ਕੋਠੀਆਂ 'ਚ ਰਹਿਣ ਵਾਲੇ ਆਦਮੀ ਨਹੀਂ, ਅੰਦਰ ਵੜ ਕੇ ਤਾਂ ਰਹਿ ਨਹੀਂ ਅਸੀਂ ਤਾਂ ਫੀਲਡ 'ਤੇ ਬੰਦੇ ਹਾਂ। ਅਸੀਂ ਇਹ ਜਿਹੜੀਆਂ ਗੱਲਾਂ ਕਰਦੇ ਨੇ ਕਾਂਗਰਸ ਦੀ ਸ਼ਾਖ ਨੂੰ ਬਚਾਉਣ ਲਈ ਕਰਨਾ ਹੈ, ਕਿਉਂਕਿ ਕਾਂਗਰਸ ਅਸੀਂ ਖੜੀ ਕੀਤੀ ਹੈ, ਅੱਤਵਾਦ ਦੇ ਖਿਲਾਫ ਲੜਾਈ ਲੜੀ ਹੈ। ਅੱਜ ਅੱਤਵਾਦੀ ਤਾਂ ਐਮਐਲਏ ਬਣੇ ਹੋਏ ਨੇ, ਜਿਹੜੇ ਲੋਕਾਂ ਨੂੰ ਮਾਰਦੇ ਤੇ, ਜਿਹੜੇ ਜੇਲ੍ਹਾਂ 'ਚ ਰਹਿ ਕੇ ਆਏ ਨੇ। ਅੱਜ ਉਹ ਕਾਂਗਰਸ ਆ ਜਿਹੜਾ ਮੌਜੂਦਾ 17 ਦਾ ਲਾਟ ਹੈ, ਕੁਛ ਤਾਂ 12 'ਚ ਐਂਟਰ ਕਰ ਗਏ, ਕੁਛ 17 'ਚ ਕਰ ਗਏ ਹੈ ਜੀ। ਕਾਂਗਰਸੀ ਦਾ ਕੋਈ ਟਾਮਾ ਜਿਹਦਾ ਸਭ ਕੁਝ ਦੱਸ ਬਦਲੂ ਹੈ, ਕੋਈ ਸਾਰੇ ਇਨਵੋਲਵ ਹੈ। 70 ਪਰ ਥੋੜੇ ਜਿਹੇ ਵਜ਼ੀਰ ਚੰਗੇ ਨੇ, ਐਮਐਲਏ ਚੰਗੇ ਨੇ, ਵਿਜੀਲੈਂਸ ਨਹੀਂ ਹੋਇਆ, ਪਰ ਆਮ ਤੌਰ 'ਤੇ ਇੰਡਸਟਰੀ ਬਣਾ ਲਈ ਇਹਨੂੰ ਵੀ ਐਮਐਲਏ ਬਣੋ, ਨੋਟ ਕਮਾਓ, ਨੋਟ ਵੰਡੋ।
ਵੋਟਰਾਂ ਨੂੰ ਖਰੀਦੋ, ਪਰ ਲੋਕਾਂ ਨੂੰ ਵੀ ਚਾਹੀਦਾ ਪੰਜਾਬ ਦੇ ਹਾਂਜੀ ਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਐਮਐਲਏ ਕੀ ਕਰਦਾ, ਰੇਤਾ ਵੇਚਦਾ, ਕੀ ਕਰਦਾ ਨਹੀਂ ਕਰਦਾ, ਉਹਨਾਂ ਨੂੰ ਪਤਾ ਹੈ। ਲੋਕ ਬਣਾ ਵਿਕਣ, ਠੀਕ ਜੇ ਚੰਗੇ ਬੰਦੇ ਲਿਆਉਣਗੇ ਤਾਂ ਉਹ ਜਿਹਾ ਫਲ ਪਾ ਲੈਣਗੇ। ਠੀਕ ਹੁਣ ਪਛਤਾਉਂਦੇ ਨੇ। ਇਸ ਕਰਕੇ ਪੋਲੀਟੀਕਲ ਹਾਲਾਤ ਜਿਹੜੇ ਨੇ ਕਿਸੇ ਪਾਰਟੀ ਦੀ ਮੇਰਾ ਤਾਂ ਨਰਸ ਦਾ ਸਾਜ਼ਗਾਰ ਨਹੀਂ ਹੈ। ਠੀਕ ਸੋ ਗੁਰੂ ਸਾਹਿਬ ਸਾਡੇ ਜੁੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਤੁਹਾਡਾ ਵੀ ਧੰਨਵਾਦ ਜੰਮੂ ਜੀ, ਸੁਣਨ ਵਾਲਿਆਂ ਦਾ ਵੀ ਬਹੁਤ ਧੰਨਵਾਦ।